ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਪਿਛਲੇ ਕੁਝ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਕਿ ਗਰੁੱਪ ਮੈਡੀਟੇਸ਼ਨ ਕੀ ਹੈ, ਮਿਊਜ਼ਿਕ ਮੈਡੀਟੇਸ਼ਨ ਕੀ ਹੈ, ਪਿਰਾਮਿਡ ਮੈਡੀਟੇਸ਼ਨ ਕੀ ਹੈ, ਨੇਚਰ ਮੈਡੀਟੇਸ਼ਨ ਕੀ ਹੈ। ਔਰ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿ ਪੂਰਨਿਮਾ ਧਿਆਨ ਕੀ ਹੈ, ਪੂਰਨਿਮਾ ਧਿਆਨ ਕਿਉਂ ਕਰਨਾ ਚਾਹੀਦਾ ਹੈ ਔਰ ਪੂਰਨਿਮਾ ਧਿਆਨ ਕਰਨ ਨਾਲ ਹੁੰਦਾ ਕੀ ਹੈ, ਇਹਦਾ ਕੀ ਲਾਭ ਹੁੰਦਾ ਸਾਨੂੰ। ਤੇ ਅੱਜ ਅਸੀਂ ਤੁਹਾਡੇ ਨਾਲ ਪੂਰਨਿਮਾ ਧਿਆਨ ਦੇ ਬਾਰੇ ਵਿੱਚ ਥੋੜਾ ਵਿਗਿਆਨ ਸਾਂਝਾ ਕਰਾਂਗੇ ਤਾਂ ਕਿ ਜਿਸ ਵੇਲੇ ਸਾਨੂੰ ਪਤਾ ਹੁੰਦਾ ਨਾ ਕਿ ਇਸ ਚੀਜ਼ ਦਾ ਸਾਨੂੰ ਫਾਇਦਾ, ਸਾਡਾ ਮਨ ਬੜਾ ਲਾਲਚੀ ਹੈ। ਜਿਸ ਵੇਲੇ ਉਹਨੂੰ ਲਾਲਚ ਹੁੰਦਾ ਨਾ ਇਸ ਚੀਜ਼ ਦਾ ਮੈਨੂੰ ਬੜਾ ਫਾਇਦਾ, ਤੇ ਫਿਰ ਉਹ ਕਰਨ ਲੱਗ ਜਾਂਦਾ। ਜਦ ਤੱਕ ਉਹਨੂੰ ਲਾਲਚ ਨਾ ਦਿਓ ਨਾ ਤਦ ਤੱਕ ਉਹ ਕੰਮ ਨਹੀਂ ਕਰਦਾ। ਜਿਸ ਤਰ੍ਹਾਂ ਮਾਂ ਪਿਓ ਬੱਚੇ ਨੂੰ ਲਾਲਚ ਦਿੰਦੇ ਨੇ, ਤੂੰ ਇਹ ਕੰਮ ਕਰ ਤੇ ਫਿਰ ਤੈਨੂੰ ਇਹ ਚਾਕਲੇਟ ਮਿਲੇਗੀ, ਤੇ ਬੱਚਾ ਕਰ ਦਿੰਦਾ। ਤੇ ਜਿਹੜੇ ਸੰਤ ਮਹਾਂਪੁਰਸ਼ ਨੇ ਉਹਨਾਂ ਨੇ ਵੀ ਸਾਨੂੰ ਇਸ ਤਰ੍ਹਾਂ ਦੇ ਸਾਡੇ ਤੇ ਤਰੀਕੇ ਇਸਤੇਮਾਲ ਕੀਤੇ ਕਿ ਇਨਸਾਨ ਤੇ ਮਨ ਸੁਭਾਅ ਤੋਂ ਲਾਲਚੀ ਹੈ, ਤੇ ਇਹਨੂੰ ਲਾਲਚ ਦਿਖਾਓ, ਇਹਨੂੰ ਦੱਸੋ ਕਿ ਇਹਦੇ ਨਾਲ ਇਹਨੂੰ ਫਾਇਦਾ ਕੀ ਹੋਏਗਾ, ਤਾਂ ਹੀ ਇਹ ਕਰੇਗਾ। ਤੇ ਅੱਜ ਅਸੀਂ ਪੂਰਨਿਮਾ ਧਿਆਨ ਨਾਲ ਕੀ ਫਾਇਦਾ ਹੁੰਦਾ ਉਹ ਜਾਣਦੇ ਹਾਂ। 5 ਤਰੀਕੇ ਨਾਲ ਅਸੀਂ ਆਪਣੇ ਧਿਆਨ ਨੂੰ ਵਧਾ ਸਕਦੇ ਹਾਂ। ਇੱਕ ਵਾਰੀ ਦੁਬਾਰਾ ਅਸੀਂ ਜਾਣ ਲਈਏ। ਸਮੂਹਿਕ ਧਿਆਨ, ਗਰੁੱਪ ਮੈਡੀਟੇਸ਼ਨ, म्यूजिक मेडिटेशन संगीत ध्यान, नेचर मेडिटेशन प्रकृति च बैठ के ध्यान करना, फुल मून मेडिटेशन पूर्णिमा ध्यान करना, पिरामिड मेडिटेशन पिरामिड के अंदर बैठ के या पिरामिड कैप लगा के ध्यान करना। ਹੁਣ पूर्णिमा ध्यान करना क्यों जरूरी है? क्योंकि पूर्णिमा के टाइम चंद्रमा के ਜਿਹੜਾ ਪ੍ਰਭਾਵ ਹੈ ਧਰਤੀ ਤੇ ਉਹ ਘੱਟ ਹੁੰਦਾ। ਤੇ ਜਿਸ ਤਰ੍ਹਾਂ ਧਰਤੀ ਦਾ ਗੁਰੂਤਵਾਕਰਸ਼ਣ ਹੈ, ਐਸੇ ਤਰ੍ਹਾਂ ਚੰਦਰਮਾ ਦਾ ਵੀ ਗੁਰੂਤਵਾਕਰਸ਼ਣ ਹੈ। ਧਰਤੀ ਚੀਜ਼ਾਂ ਨੂੰ ਥੱਲੇ ਖਿੱਚਦੀ, ਚੰਦਰਮਾ ਉੱਤੇ ਵੱਲ ਖਿੱਚਦਾ ਹੈ। ਤੇ ਅਸੀਂ ਦੇਖਦੇ ਹਾਂ ਕਿ ਸਮੁੰਦਰ ਵਿੱਚ ਜਿਸ ਤਰ੍ਹਾਂ ਜਵਾਰ ਭਾਟਾ ਆਉਂਦਾ ਹੈ ਤੇ ਉਸ ਵੇਲੇ ਪ੍ਰੈਸ਼ਰ ਇੱਕ ਬੰਦਾ, ਇੱਕ ਪ੍ਰੈਸ਼ਰ ਬੈਲਟ ਬੰਦੀ ਹੈ ਜਿਹੜੀ ਧਰਤੀ ਤੋਂ ਉਹ ਪਾਣੀ ਨੂੰ ਉੱਤੇ ਖਿੱਚਦੀ ਹੈ, ਚੰਦਰਮਾ ਦੀ ਊਰਜਾ ਉੱਤੇ ਖਿੱਚਦੀ ਹੈ ਤੇ ਜਵਾਰ ਭਾਟਾ ਆ ਜਾਂਦਾ ਹੈ। ਤੇ ਉਸ ਵੇਲੇ ਜੋ ਚੰਦਰਮਾ ਹੈ ਉਹਦੀ ਜਿਹੜਾ ਪ੍ਰਕਾਸ਼ ਹੈ ਉਹ ਇੰਨਾ ਪੂਰਨ ਚੰਦਰਮਾ ਹੁੰਦਾ ਹੈ, ਕਿਉਂਕਿ ਨਾਮ ਹੀ ਫੁੱਲ ਮੂਨ ਮੈਡੀਟੇਸ਼ਨ, ਫੁੱਲ ਮੂਨ ਹੈ। ਤੇ ਪੂਰਨਿਮਾ ਦਾ ਚੰਦਰਮਾ ਇੰਨਾ ਪੂਰਨ ਹੁੰਦਾ ਹੈ ਕਿ ਉਹਦੀ ਜਿਹੜੀ ਰੋਸ਼ਨੀ ਹੈ, ਜਿਹੜੀ ਆਮ ਦਿਨਾਂ ਵਿੱਚ ਸਮੁੰਦਰ ਦੀਆਂ ਗਹਿਰਾਈਆਂ ਵਿੱਚ ਜਿਹੜੇ ਜੀਵ ਜੰਤੂ ਰਹਿੰਦੇ ਨੇ ਉਹਨਾਂ ਤੱਕ ਨਹੀਂ ਪਹੁੰਚਦੀ, ਉਹ ਪੂਰਨਿਮਾ ਦੇ ਸਮੇਂ ਪਹੁੰਚ ਜਾਂਦੀ ਹੈ। ਮਤਲਬ ਬਹੁਤ ਗਹਿਰਾਈ ਤੱਕ ਪੂਰਨਿਮਾ ਦੀ ਊਰਜਾ ਪਹੁੰਚ ਜਾਂਦੀ ਹੈ ਉਸ ਜਗ੍ਹਾ ਤੇ ਵੀ। ਤੇ ਚੰਦਰਮਾ ਦਾ ਪ੍ਰਭਾਵ ਜਿਹੜਾ ਹੈ ਉਹ ਘੱਟ ਹੁੰਦਾ ਉਸ ਟਾਈਮ। ਇਹ ਜਿਹੜਾ ਸਮੇਂ ਪੂਰਨਿਮਾ ਦਾ ਇਹ ਫਲ ਦੇਣ ਵਾਲਾ ਸਮੇਂ ਵੇ। ਪੂਰੇ ਮਹੀਨੇ ਵਿੱਚ ਜਿਸ ਤਰ੍ਹਾਂ ਇਹ ਸਮੇਂ ਹੁੰਦਾ ਇਹ ਫਲ ਦੇਣ ਵਾਲਾ ਸਮੇਂ ਵੇ। 4 ਪੂਰਨਿਮਾ ਜਿਹੜੀਆਂ ਬਹੁਤ ਹੀ ਪਾਵਰਫੁਲ ਕਹੀਆਂ ਜਾਂਦੀਆਂ ਨੇ, ਬੁੱਧ ਪੂਰਨਿਮਾ, ਸ਼ਰਦ ਪੂਰਨਿਮਾ, ਕਾਰਤਿਕ ਪੂਰਨਿਮਾ, ਗੁਰੂ ਪੂਰਨਿਮਾ। ਬੁੱਧ ਪੂਰਨਿਮਾ ਅਸੀਂ ਸਾਰੇ ਜਾਣਦੇ ਹਾਂ ਕਿ ਭਗਵਾਨ ਬੁੱਧ ਦਾ ਜਨਮ ਹੋਇਆ, ਉਹਨਾਂ ਨੂੰ ਆਤਮਬੋਧ ਹੋਇਆ ਪੂਰਨਿਮਾ ਵਾਲੇ ਦਿਨ, ਔਰ ਪੂਰਨਿਮਾ ਵਾਲੇ ਦਿਨ ਹੀ ਉਹਨਾਂ ਨੇ ਮਹਾਪਰਿਨਿਰਵਾਣ ਪ੍ਰਾਪਤ ਕੀਤਾ। शरद पूर्णिमा का कृष्ण भगवान नाल संबंध है कि शरद पूर्णिमा के टाइम ते रास लीला हुई ते अज भी लोग उस चीज को बहुत मनाते हैं। कार्तिक पूर्णिमा का बहुत महत्व है। लोग मौसम बदलता है, सर्दी तो गर्मी तो सर्दी वाल जाते हैं, जिहड़ी ऋतु बदलती है ते एनर्जी बदलती है ब्रह्मांड की। ते उस समय कार्तिक पूर्णिमा ते श्री गुरु नानक देव जी का प्रकाश होया ते बहुत ही पावरफुल वो फुल मून है साल का। गुरु पूर्णिमा ਜਿਹੜੀ वेद व्यास जी ਨਾਲ ਸੰਬੰਧਿਤ ਹੈ ਕਿ ਗੁਰੂ ਨੂੰ ਅਰਪਣ ਹੈ, ਕਿ ਤੁਸੀਂ ਆਪਣੇ ਭਾਵ ਉਸ ਪੂਰਨਿਮਾ ਤੇ, ਇੱਕ ਪੂਰਨਿਮਾ ਹੀ ਗੁਰੂ ਨੂੰ ਅਰਪਣ ਹੈ ਕਿ ਗੁਰੂ ਦਕਸ਼ਨਾ ਵੀ ਤੁਸੀਂ ਆਪਣੇ ਭਾਵ ਜਿਹੜੇ ਨੇ ਉਹ ਗੁਰੂ ਨੂੰ ਅਰਪਣ ਕਰ ਸਕਦੇ ਹੋ। ਵੈਸੇ ਤੇ ਹਰ ਪੂਰਨਿਮਾ ਹੀ ਬਹੁਤ ਮਹੱਤਵਪੂਰਨ ਹੈ, ਫਿਰ ਵੀ ਉਹਦੇ ਚੋਂ 4 ਜਿਹੜੀਆਂ ਨੇ ਇਹ ਬਹੁਤ ਜ਼ਿਆਦਾ ਹੀ ਮਹੱਤਵ ਰੱਖਦੀਆਂ ਨੇ। ਹੁਣ ਚੰਦਰਮਾ ਔਰ ਸੂਰਜ ਦੀ ਅਲੱਗ-ਅਲੱਗ ਊਰਜਾ ਹੈ, ਅਲੱਗ-ਅਲੱਗ ਤਰੰਗਾਂ ਨੇ, ਅਲੱਗ-ਅਲੱਗ ਉਹਨਾਂ ਦੀ ਕੰਪਨ ਹੈ। ਤੇ ਜਿਹੜਾ सूरज है ਉਹਨੂੰ ਅਸੀਂ ਅੱਗ ਦਾ ਗੋਲਾ ਕਹਿ ਸਕਨੇ ਆ, ਇੰਨੀ ਜ਼ਿਆਦਾ ਉਹਦੀ ਗਰਮ ਊਰਜਾ ਹੈ। ਤੇ ਜਿਹੜਾ ਚੰਦਰਮਾ ਹੈ ਉਹਦੀ ਠੰਡੀ ਊਰਜਾ ਹੈ। ਤੇ ਹੁਣ ਚੰਦਰਮਾ ਦੀ ਆਪਣੀ ਪ੍ਰਕਾਸ਼ ਨਹੀਂ ਹੈ, ਚੰਦਰਮਾ ਦਾ, ਚੰਦਰਮਾ ਸੂਰਜ ਤੋਂ ਪ੍ਰਕਾਸ਼ ਲੈਂਦਾ ਹੈ। ਤੇ ਚੰਦਰਮਾ ਜਿਹੜਾ ਸੂਰਜ ਤੋਂ ਪ੍ਰਕਾਸ਼ ਲੈਂਦਾ, ਸੂਰਜ ਦਾ ਪ੍ਰਕਾਸ਼ ਗਰਮ ਹੈ ਤੇ ਚੰਦਰਮਾ ਉਹਦਾ ਰੂਪ ਬਦਲ ਕੇ ਉਹਨੂੰ ਠੰਡਾ ਕਰ ਦਿੰਦਾ ਹੈ। ਹੁਣ ਤੁਸੀਂ ਦੇਖੋ ਪ੍ਰਕਿਰਤੀ ਵਿੱਚ ਕਿਸ ਤਰ੍ਹਾਂ ਦਾ ਸੰਤੁਲਨ ਬਣਿਆ ਹੋਇਆ ਹੈ ਕਿ ਪੇੜ ਪੌਦੇ ਜੀਵ ਜੰਤੂ ਸਾਰੇ ਨੇ, ਇਹਨਾਂ ਨੂੰ ਗਰਮੀ ਵੀ ਚਾਹੀਦੀ ਹੈ, ਠੰਡਕ ਵੀ ਚਾਹੀਦੀ ਹੈ। ਤੇ ਦਿਨੇ ਸੂਰਜ ਦੀ ਊਰਜਾ ਮਿਲਦੀ ਹੈ, ਰਾਤ ਨੂੰ ਚੰਦਰਮਾ ਦੀ ਊਰਜਾ ਮਿਲਦੀ ਹੈ, ਜੋ ਫਲਾਂ ਵਿੱਚ ਉਹਨਾਂ ਵਿੱਚ ਰਸ ਔਰ ਮਿਠਾਸ ਭਰਦੀ ਹੈ ਤੇ ਸ਼ੀਤਲਤਾ ਦਿੰਦੀ ਹੈ, ਸ਼ਾਂਤੀ ਦਿੰਦੀ ਹੈ। ਤੇ ਜਿਹੜਾ ਚੰਦਰਮਾ ਹੈ ਇਹ ਉਸ ਊਰਜਾ ਦਾ ਰੂਪ ਬਦਲ ਦਿੰਦਾ ਹੈ, ਉਹਨੂੰ ਸ਼ਾਂਤ ਕਰ ਦਿੰਦਾ ਹੈ। ਤੇ ਸਾਡੇ ਜਿਹੜੇ ਕਹਿੰਦੇ ਨੇ ਕਿ ਸਾਡੀਆਂ ਅੱਖਾਂ ਨੇ, ਇਹਦੇ ਵਿੱਚ ਵੀ ਚੰਦਰ ਔਰ ਸੂਰਜ ਦੀ ਊਰਜਾ ਹੈ। ਸਾਡੇ ਅੱਖਾਂ ਦੇ ਵਿੱਚ ਵੀ ਇਹ 2 ਜੋਤ ਜਿਹੜੀਆਂ ਨੇ ਉਹ ਚੰਦਰ ਔਰ ਸੂਰਜ ਦੀ ਊਰਜਾ ਤੋਂ ਹੀ ਆਈ ਹੈ।
ਤੇ ਚੰਦਰਮਾ ਤੋਂ ਸਾਡਾ ਮਨ ਆਇਆ ਹੈ। ਮਨ ਜਿਹੜਾ ਸਾਡਾ ਭਾਵਨਾਤਮਕ ਕੇਂਦਰ ਹੈ। ਸਾਡੇ ਧਰਤੀ ਤੇ ਜਿਸ ਤਰ੍ਹਾਂ 80% ਪਾਣੀ ਹੈ, ਸਾਡੇ ਸਰੀਰ ਵਿੱਚ ਵੀ 80% ਪਾਣੀ ਹੈ। ਤੇ ਸਾਡਾ ਜਿਹੜਾ ਦੂਸਰਾ ਚੱਕਰ ਸਵਾਦਿਸ਼ਟਾਨ ਚੱਕਰ ਹੈ, ਉਹਦਾ ਜਿਹੜਾ ਤੱਤ ਹੈ ਉਹ ਵੀ ਪਾਣੀ ਹੀ ਹੈ। ਤੇ ਜਿਸ ਤਰ੍ਹਾਂ ਪਾਣੀ 'ਚ ਬਹੁਤ ਜ਼ਿਆਦਾ ਹਲਚਲ ਹੁੰਦੀ ਹੈ, ਇਸੇ ਤਰ੍ਹਾਂ ਸਾਡੇ ਭਾਵਨਾਵਾਂ ਦਾ ਬਹੁਤ ਜ਼ਿਆਦਾ ਉਤਾਰ ਚੜਾਅ ਹੁੰਦਾ ਹੈ। ਤੇ ਇਹ ਜਿਸ ਤਰ੍ਹਾਂ ਸਮੁੰਦਰ ਦੇ ਪਾਣੀ ਨੂੰ, ਲਹਿਰਾਂ ਨੂੰ ਚੰਦਰਮਾ ਉੱਤੇ ਵੱਲ ਖਿੱਚਦਾ ਹੈ, ਤੇ ਇਸੇ ਤਰ੍ਹਾਂ ਸਾਡੇ ਅੰਦਰ ਜਿਹੜਾ ਭਾਵਨਾਵਾਂ ਦਾ ਇਹ ਪਾਣੀ ਹੈ, ਇਹ ਵੀ ਉੱਤੇ ਵੱਲ ਖਿੱਚਿਆ ਜਾਂਦਾ ਹੈ। ਤੇ ਜਿਹੜੀਆਂ ਸਾਡੀਆਂ ਦੱਬੀਆਂ ਹੋਈਆਂ ਭਾਵਨਾਵਾਂ, ਦੱਬੇ ਹੋਏ ਇਮੋਸ਼ਨਸ ਜਿਹੜੇ ਨੇ, ਨੈਗੇਟਿਵ ਜਿਹੜੇ ਨਕਾਰਾਤਮਕ ਜਿਹੜੇ ਸਾਡੇ ਅਵਚੇਤਨ ਮਨ ਵਿੱਚ ਛਪ ਗਈਆਂ ਨੇ ਚੀਜ਼ਾਂ, ਉਹ ਚੰਦਰਮਾ ਦੇ ਇਸ ਪ੍ਰਭਾਵ ਨਾਲ ਬਾਹਰ ਆ ਜਾਂਦੀਆਂ ਨੇ। ਇਸ ਲਈ ਜਿਹੜਾ ਬੰਦਾ ਜ਼ਿਆਦਾ ਬੇਚੈਨ ਹੁੰਦਾ, ਹੋਰ ਜ਼ਿਆਦਾ ਬੇਚੈਨ ਹੋ ਜਾਂਦਾ, ਔਰ ਜਿਹੜਾ ਸ਼ਾਂਤ ਹੁੰਦਾ ਉਹ ਕਈ ਗੁਣਾ ਜ਼ਿਆਦਾ ਸ਼ਾਂਤ ਹੋ ਜਾਂਦਾ। ਜਿਸ ਤਰ੍ਹਾਂ ਪੂਰਨਿਮਾ ਧਿਆਨ ਜਿਹੜੇ ਕਰਦੇ ਨੇ, ਤੇ ਪੂਰਨਿਮਾ ਧਿਆਨ ਕਰਨ ਨਾਲ 3 ਗੁਣਾ ਜ਼ਿਆਦਾ ਸਾਨੂੰ ਊਰਜਾ ਮਿਲਦੀ ਹੈ ਨਾਰਮਲ ਨਾਲੋਂ। ਤੇ ਉਹ ਦੱਬੀਆਂ ਹੋਈਆਂ ਇਮੋਸ਼ਨਸ ਜਿਹੜੀਆਂ ਨੇ ਬਾਹਰ ਆ ਜਾਂਦੀਆਂ ਨੇ। ਇਸ ਟਾਈਮ ਸਾਡੇ ਅੰਦਰ ਦਾ ਸ਼ੁੱਧੀਕਰਨ ਹੁੰਦਾ ਹੈ ਬਹੁਤ, ਕਿਉਂਕਿ ਉਹ ਗੰਦਗੀ ਉੱਭਰ ਕੇ ਬਾਹਰ ਆ ਰਹੀ ਹੈ, ਤੇ ਬਹੁਤ ਸ਼ੁੱਧੀਕਰਨ ਹੁੰਦਾ ਹੈ। ਅਗਰ ਸਾਨੂੰ ਇਸ ਚੀਜ਼ ਦਾ ਪਤਾ ਹੋਏ ਤੇ ਫਿਰ ਅਸੀਂ ਇਸ ਸਮੇਂ ਦਾ ਬਹੁਤ ਲਾਭ ਉਠਾ ਸਕਨੇ ਆ। ਤੇ ਜਿਹੜਾ ਸਾਡਾ ਸ਼ੁੱਧੀਕਰਨ ਹੁੰਦਾ ਹੈ ਇਸ ਸਮੇਂ ਸਰੀਰ ਦਾ, ਸਾਡੀਆਂ ਜਿਹੜੀਆਂ ਨਕਾਰਾਤਮਕ ਭਾਵਨਾ ਸਰੀਰ ਚੋਂ ਬਾਹਰ ਜਾਂਦੀਆਂ ਨੇ, ਤੇ ਸਾਧਨਾ ਕਰਕੇ ਅਸੀਂ ਬੜੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਤੋਂ ਛੁਟਕਾਰਾ ਪਾ ਸਕਨੇ ਆ। ਹੁਣ ਤੁਸੀਂ ਦੇਖਦੇ ਹੋ ਕਿ ਜਿਸ ਤਰ੍ਹਾਂ ਪਾਗਲਖਾਨੇ ਵਿੱਚ ਜਿਹੜੇ ਮੈਂਟਲੀ ਰਿਟਾਰਡਡ ਲੋਕ ਹੁੰਦੇ ਨੇ, ਉਹਨਾਂ ਨੂੰ ਜਿਨ੍ਹਾਂ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੁੰਦਾ, ਉਹਨਾਂ ਨੂੰ ਰੱਖਿਆ ਜਾਂਦਾ ਹੈ। ਤੇ ਉਹਨਾਂ ਨੂੰ ਉਹ ਪੂਰਨਿਮਾ ਦੇ ਸਮੇਂ ਜਿਹੜਾ 1 ਦਿਨ ਪਹਿਲੇ ਔਰ 1 ਦਿਨ ਬਾਅਦ ਜਿਹੜੇ 3 ਦਿਨ ਹੁੰਦੇ ਨੇ, ਜਿਸ ਟਾਈਮ ਬਹੁਤ ਜ਼ਿਆਦਾ ਊਰਜਾ ਆ ਰਹੀ ਹੁੰਦੀ ਹੈ ਬ੍ਰਹਿਮੰਡ ਤੋਂ, ਤੇ ਉਹਨਾਂ ਨੂੰ ਜੰਜੀਰਾਂ ਨਾਲ ਬੰਨ ਕੇ ਰੱਖਿਆ ਜਾਂਦਾ, ਕਿਉਂਕਿ ਉਹ ਬਹੁਤ ਉਗਰ ਹੋ ਜਾਂਦੇ ਨੇ, ਕੰਟਰੋਲ ਤੋਂ ਬਾਹਰ ਹੋ ਜਾਂਦੇ ਨੇ, ਤੇ ਉਹਨਾਂ ਨੂੰ ਬੰਨ ਕੇ ਰੱਖਿਆ ਜਾਂਦਾ ਹੈ। ਕਿਉਂਕਿ ਉਹ ਜਿਹੜੀ ਉਹਨਾਂ ਦੀ ਅੰਦਰ ਦੀ ਅਵਸਥਾ, ਉਹਨੂੰ ਬ੍ਰਹਿਮੰਡ ਦੀ ਊਰਜਾ ਕਈ ਗੁਣਾ ਅਧਿਕ ਵਧਾ ਦਿੰਦੀ ਹੈ। ਤੇ ਤਾਂ ਹੀ ਜਿਹੜੇ ਲੋਕ ਧਿਆਨ ਕਰਦੇ ਨੇ, ਉਹਨਾਂ ਦੀ ਧਿਆਨ ਦੀ ਊਰਜਾ ਕਈ ਗੁਣਾ ਅਧਿਕ ਵੱਧ ਜਾਂਦੀ ਹੈ। ਤੇ ਅਗਰ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਹੋਵੇ, ਤੇ ਫਿਰ ਅਸੀਂ ਇਸ ਸਮੇਂ ਦਾ ਸਹੀ ਇਸਤੇਮਾਲ ਕਰ ਸਕਨੇ ਆ। ਜਿੱਥੇ ਅਸੀਂ ਪੂਰਨਿਮਾ ਧਿਆਨ ਦੀ ਗੱਲ ਕਰ ਰਹੇ ਹਾਂ, ਉੱਥੇ ਥੋੜਾ ਜਿਹਾ ਅਮਾਵਸਿਆ ਧਿਆਨ ਦੀ ਵੀ ਗੱਲ ਕਰ ਰਹੀਏ, ਕਿ ਅਮਾਵਸਿਆ ਧਿਆਨ ਐਸਾ ਹੈ ਜਿਸ ਤਰ੍ਹਾਂ ਤੁਸੀਂ ਧਰਤੀ 'ਚ ਬੀਜ ਪਾਇਆ, ਨਵੇਂ ਬੀਜ ਪਾਏ, ਤੇ ਪੂਰਨਿਮਾ ਆਂਦੇ ਆਂਦੇ ਤੱਕ ਉਹ ਬੀਜ ਜਿਹੜੇ ਨੇ ਉਹ ਫਲ ਦੇਣ ਲੱਗ ਜਾਂਦੇ ਨੇ। ਤੇ ਜਿਹੜੀਆਂ ਸਾਡੇ ਅੰਦਰ, ਜਿਸ ਤਰ੍ਹਾਂ ਠਹਿਰਿਆ ਹੋਇਆ ਪਾਣੀ ਕਿੰਨਾ ਗੰਦਾ ਹੋ ਜਾਂਦਾ, ਬਦਬੂ ਮਾਰਦਾ, ਜੰਮ ਜਾਂਦਾ ਹੈ, ਕਾਈ ਜੰਮ ਜਾਂਦੀ ਉਹਦੇ ਉੱਤੇ। ਤੇ ਇਹ ਜਿਹੜਾ ਅਮਾਵਸਿਆ ਦਾ ਸਮਾਂ ਹੁੰਦਾ ਹੈ, ਇਹ ਉਹ ਸਾਰੀ ਅੰਦਰ ਇਹੋ ਜਿਹੀ ਦੱਬੀ ਹੋਈ ਊਰਜਾ ਨੂੰ ਬਾਹਰ ਕੱਢਣ ਦਾ ਸਮੇਂ ਹੁੰਦਾ। ਤੇ ਸਾਧਨਾ ਕਰਨ ਨਾਲ ਅਸੀਂ ਆਪਣਾ ਅੰਦਰ ਸ਼ੁੱਧ ਕਰ ਸਕਨੇ ਆ। ਇਸ ਸਮੇਂ ਤੇ ਅਸੀਂ ਪ੍ਰਕਿਰਤੀ ਦੀਆਂ ਸ਼ਕਤੀਆਂ ਨਾਲ ਬਹੁਤ ਜਲਦੀ ਸੰਪਰਕ ਬਣਾ ਸਕਨੇ ਆ। ਹਰ ਇੱਕ ਗ੍ਰਹਿ ਦੀ ਅਲੱਗ-ਅਲੱਗ ਊਰਜਾ ਹੈ। ਹਰ ਇੱਕ ਗ੍ਰਹਿ ਦੀ ਅਲੱਗ-ਅਲੱਗ ਊਰਜਾ ਹੈ, ਅਲੱਗ-ਅਲੱਗ ਫ੍ਰੀਕੁਐਂਸੀ ਹੈ, ਅਲੱਗ-ਅਲੱਗ ਉਹਦੀਆਂ ਤਰੰਗਾਂ ਨੇ, ਅਲੱਗ-ਅਲੱਗ ਉਹਦਾ ਪ੍ਰਭਾਵ ਹੁੰਦਾ ਹੈ। ਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਸਾਡੇ ਜੀਵਨ ਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀਆਂ ਨੇ। ਜਿਹੜੀਆਂ ਉੱਤੋਂ ਊਰਜਾ ਆਉਂਦੀ ਹੈ, ਉਹ ਸਾਡੇ ਜੀਵਨ ਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀ ਹੈ, ਔਰ ਸਾਡੇ ਜੀਵਨ 'ਚ ਬਹੁਤ ਉਹਨਾਂ ਦੀ ਮਹੱਤਵਪੂਰਨ ਭੂਮਿਕਾ ਵੀ ਹੈ। ਤੇ ਜਿੱਥੇ ਅਸੀਂ ਅਮਾਵਸਿਆ ਵਿੱਚ ਨਵੇਂ ਬੀਜ ਪਾਉਂਦੇ ਆ, ਉਹ ਸਾਡੇ ਪੂਰਨਿਮਾ ਤੱਕ ਜਿਹੜੇ ਨੇ ਸਾਡੇ ਸਾਹਮਣੇ ਉਹ ਚੀਜ਼ਾਂ ਹੋਣ ਲੱਗ ਜਾਂਦੀਆਂ ਨੇ। ਤੇ ਸਾਧਨਾ ਕਰਕੇ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਲਾਭ ਲੈ ਸਕਦੇ ਹਾਂ, ਔਰ ਆਪਣੀ ਜਿਹੜੀ ਊਰਜਾ ਹੈ, ਅਸੀਂ ਸਹੀ ਦਿਸ਼ਾ ਵਿੱਚ ਉਸ ਊਰਜਾ ਨੂੰ ਚੈਨਲ ਕਰ ਸਕਦੇ ਹਾਂ। ਜ਼ਿਆਦਾਤਰ ਕੀ ਹੁੰਦਾ ਹੈ, ਗਲਤ ਹੀ ਸੋਚੀਦਾ, ਗਲਤ ਹੀ ਬੋਲੀਦਾ ਆਪਣੇ ਬਾਰੇ, ਦੂਜਿਆਂ ਦੇ ਬਾਰੇ, ਤੇ ਉਹੀ ਵੱਧਦਾ ਜਾਂਦਾ ਜ਼ਿੰਦਗੀ ਵਿੱਚ। ਜਿਸ ਲਈ ਇਹਨਾਂ ਚੀਜ਼ਾਂ ਦੀ ਸਮਝ ਆ ਜਾਂਦੀ ਹੈ, ਅਸੀਂ ਆਪਣੇ ਆਪ ਤੇ ਕੰਟਰੋਲ ਕਰਨਾ ਸ਼ੁਰੂ ਕਰਨੇ ਆ, ਫਿਰ ਅਸੀਂ ਗਲਤ ਬੋਲਦੇ ਨਹੀਂ, ਗਲਤ ਸੋਚਦੇ ਨਹੀਂ, ਗਲਤ ਕਰਦੇ ਨਹੀਂ। ਤੇ ਆਪਣੇ ਆਪ ਹੀ ਸਾਡੇ ਅੰਦਰ ਜਿਸ ਵੇਲੇ ਇਸ ਤਰ੍ਹਾਂ ਦੀ ਊਰਜਾ ਆਉਣ ਲੱਗ ਜਾਂਦੀ ਹੈ, ਅੱਛੇ ਕਰਮ ਕਰਨ ਲੱਗ ਜਾਈਦਾ, ਅੱਛਾ ਬੋਲਣ ਲੱਗ ਜਾਈਦਾ, ਅੱਛਾ ਸੋਚਣ ਲੱਗ ਜਾਈਦਾ, ਤੇ ਉਹ ਊਰਜਾ ਵੱਧ ਜਾਂਦੀ ਹੈ। ਤੇ ਇਹ ਤੇ ਊਰਜਾ ਦਾ ਖੇਲ ਹੈ, ਤੁਸੀਂ ਜਿਹੜੀ ਊਰਜਾ ਵਧਾਣੀ ਹੈ ਵੱਧ ਜਾਏਗੀ, ਜਿਹਦੇ ਵੱਲ ਧਿਆਨ ਦਿਓਗੇ ਊਰਜਾ ਵੱਧ ਜਾਏਗੀ। ਅਗਰ ਅਸੀਂ ਧਿਆਨ ਆਪਣਾ ਗਲਤ ਚੀਜ਼ਾਂ ਤੋਂ ਹਟਾ ਕੇ ਸਹੀ ਚੀਜ਼ਾਂ ਵੱਲ ਲਗਾ ਲਾਂਗੇ, ਤੇ ਸਾਡੀ ਉਹ ਊਰਜਾ ਵੱਧ ਜਾਏਗੀ। ਔਰ ਵੈਸੇ ਵੀ ਇੱਕ ਔਰਤ ਦੇ ਜਿਹੜਾ ਸਰੀਰ ਹੈ, ਉਹ ਦੇ ਤੇ ਚੰਦਰਮਾ ਦੀ ਜਿਹੜੀ ਵੱਧਦੀ ਘਟਦੀ ਅਵਸਥਾ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ। ਜਿਸ ਤਰ੍ਹਾਂ ਕਿ ਜਿਹੜੀ ਔਰਤ ਹੈ, ਉਹਦੇ ਜਿਹੜਾ ਸਰੀਰ ਦੀ ਬਣਾਵਟ ਦੇ ਅੰਦਰ ਜੋ ਉਹਦਾ ਮੈਂਸਟਰਲ ਸਾਈਕਲ ਹੈ, ਜੋ ਉਹਦੀ ਮਾਹਵਾਰੀ ਹੈ, ਤੇ ਉਹਦਾ ਵੀ ਚੰਦਰਮਾ ਦੇ ਸਾਈਕਲ ਨਾਲ ਸੰਬੰਧ ਹੈ। ਜਿਸ ਤਰ੍ਹਾਂ ਚੰਦਰਮਾ ਵੱਧਦਾ ਘਟਦਾ ਰਹਿੰਦਾ, ਸਾਡੇ ਮੂਡ ਵੱਧਦੇ ਘਟਦੇ ਰਹਿੰਦੇ ਨੇ, ਤੇ ਸਾਡਾ ਜਿਹੜਾ ਉਸ ਵੇਲੇ ਕਦੀ ਤੇ ਬਹੁਤ ਅੱਛਾ ਲੱਗਣ ਲੱਗ ਜਾਂਦਾ, ਕਦੀ ਉਦਾਸ ਹੋ ਜਾਈਦਾ, ਕਦੀ ਦੁਖੀ ਹੋ ਜਾਈਦਾ, ਕਦੀ ਰੋਣ ਲੱਗ ਜਾਈਦਾ, ਤੇ ਬਹੁਤ ਸਾਰੇ ਬਦਲਾਵ ਆਉਂਦੇ ਨੇ।
ਔਰ ਇਹ ਜਿਹੜਾ ਸਾਡਾ ਮਾਹਵਾਰੀ ਦਾ ਸਾਈਕਲ ਹੈ ਇਹ ਵੀ ਚੰਦਰਮਾ ਨਾਲ ਸੰਬੰਧਿਤ ਹੈ ਤੇ ਉਸ ਸਮੇਂ ਸਾਡੇ ਸਰੀਰ 'ਚ ਬਹੁਤ ਸਾਰੀਆਂ ਪ੍ਰਾਕਿਰਤਿਕ ਸ਼ਕਤੀਆਂ ਕੰਮ ਕਰ ਰਹੀਆਂ ਹੁੰਦੀਆਂ ਨੇ। ਇਸ ਵੇਲੇ ਜਿਸ ਵੇਲੇ ਇਹੋ ਜਿਹਾ ਸਮੇਂ ਆਂਦਾ ਸੀ 3-4 ਦਿਨ ਤੇ ਔਰਤ ਨੂੰ ਅਲੱਗ ਕਰ ਦਿੰਦੇ ਸੀ ਕਿ ਤੂੰ ਸਾਧਨਾ ਵਧਾ ਦੇ ਆਪਣੀ, ਲੇਕਿਨ ਉਹ ਅਸੀਂ ਛੂਆ ਛਾਤ ਵਿੱਚ ਉਸ ਚੀਜ਼ ਨੂੰ ਲੈ ਗਏ। ਅਸਲ ਵਿੱਚ ਉਹ ਸਮੇਂ ਸੀ ਕਿ ਤੂੰ ਆਪਣੇ ਆਪ ਨਾਲ ਜੁੜ, ਆਪਣੀ એનર્ਜੀ ਨੂੰ ਚੈਨਲ ਕਰ, ਸਾਰੇ ਕੰਮ ਛੱਡ ਕੇ ਤੂੰ ਆਪਣੀ એનર્ਜੀ ਨੂੰ ਚੈਨਲ ਕਰ ਤੇ ਪਰਮਾਤਮਾ ਨਾਲ ਜੁੜ। ਉਹ ਸਮੇਂ ਇਸ ਵਾਸਤੇ ਦਿੱਤਾ ਗਿਆ ਕਿ ਇਹ ਜਿਹੜਾ ਮਾਹਵਾਰੀ ਦਾ ਸਮੇਂ ਵੇ, ਇਸ ਵੇਲੇ ਪ੍ਰਕਿਰਤੀ ਦੀਆਂ ਸ਼ਕਤੀਆਂ ਤੇਰੇ ਅੰਦਰ ਕੰਮ ਕਰ ਰਹੀਆਂ ਨੇ ਤੇ ਤੂੰ ਉਹਨਾਂ ਸ਼ਕਤੀਆਂ ਨਾਲ ਸੰਬੰਧ ਬਣਾ ਕੇ ਤੇ ਆਪਣਾ ਮਨ ਨੂੰ ਸ਼ਾਂਤ ਕਰਨ ਦਾ, ਪਰਮਾਤਮਾ ਦੇ ਰਸਤੇ ਦਾ ਤੂੰ ਉਧਰ ਧਿਆਨ ਕਰ। ਲੇਕਿਨ ਉਹ ਅਸੀਂ ਛੂਆ ਛੂਤ ਵਿੱਚ ਉਹਨਾਂ ਚੀਜ਼ਾਂ ਨੂੰ ਲੈ ਗਏ ਤੇ ਐਸੇ ਲਈ ਇਹ ਚੀਜ਼ ਬਣਾਈ ਗਈ ਸੀ। ਤੇ ਉਸ ਵੇਲੇ ਇਸਤਰੀ ਦੇ ਅੰਦਰ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ ਔਰ ਅਗਰ ਅਸੀਂ ਆਪਣੇ ਇਸ ਇਸਤਰੀ ਤੱਤਵ ਨੂੰ ਸਵੀਕਾਰ ਕਰਕੇ ਉਸ ਸਮੇਂ ਜ਼ਿਆਦਾ ਧਿਆਨ ਕਰਨੇ ਆ ਤੇ ਉਹਦਾ ਸਾਨੂੰ ਬਹੁਤ ਲਾਭ ਹੁੰਦਾ ਹੈ। ਤੇ ਅਸੀਂ ਕਈ ਵਾਰੀ ਐਸਾ ਹੁੰਦਾ ਹੈ ਕਿ ਬਹੁਤ ਲੋਕ ਉਸ ਸਮੇਂ ਅੰਤਰਮੁਖੀ ਹੋ ਜਾਂਦੇ ਨੇ, ਜ਼ਿਆਦਾ ਗੱਲ ਕਰਨ ਦਾ ਮਨ ਨਹੀਂ ਕਰਦਾ, ਜ਼ਿਆਦਾ ਮਿਲਣੇ ਜੁਲਣੇ ਦਾ ਮਨ ਨਹੀਂ ਕਰਦਾ, ਗੈਦਰਿੰਗ ਵਿੱਚ ਇਕੱਠ ਵਿੱਚ ਜਾਣ ਦਾ ਮਨ ਨਹੀਂ ਕਰਦਾ। ਇਹ ਸਾਰੇ ਸਾਡੇ ਮੂਡ ਬਦਲਦੇ ਨੇ ਤੇ ਕਿਉਂਕਿ ਇਹ ਆਤਮ ਚਿੰਤਨ ਦਾ ਸਮੇਂ ਵੇ, ਆਪਣੇ ਅੰਦਰ ਜਾਣ ਦਾ ਸਮੇਂ ਵੇ, ਅੰਤਰ ਯਾਤਰਾ ਕਰਨ ਦਾ ਸਮੇਂ ਵੇ। ਤੇ ਕੋਈ ਗੱਲ ਨਹੀਂ, ਇਹਦੇ 'ਚ ਘਬਰਾਣਾ ਨਹੀਂ ਹੈ ਕਿ ਵੀ ਮੇਰਾ ਮਨ ਕਿਉਂ ਨਹੀਂ ਕਰ ਰਿਹਾ, ਮੈਨੂੰ ਕੀ ਹੋ ਗਿਆ ਜਾਂ ਮੈਨੂੰ ਕੋਈ ਪਰੇਸ਼ਾਨੀ ਹੋ ਗਈ। ਨਹੀਂ, ਆਪਣੇ ਆਤਮ ਚਿੰਤਨ ਕਰੋ, ਜ਼ਿਆਦਾ ਧਿਆਨ ਕਰੋ। ਕਈ ਲੋਕ ਉਸ ਟਾਈਮ ਜ਼ਿਆਦਾ ਧਿਆਨ ਕਰਦੇ ਨੇ ਜਾਂ ਲਿਖਣਾ ਸ਼ੁਰੂ ਕਰ ਦਿੰਦੇ ਨੇ, ਆਪਣੇ ਕੋਈ ਪੜ੍ਹਨਾ ਸ਼ੁਰੂ ਕਰ ਦਿੰਦਾ, ਅੱਛੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੰਦੇ, ਸਭ ਕੁਝ ਠੀਕ ਹੈ। ਜਿਸ ਵੇਲੇ ਇਹ 2-3 ਦਿਨ ਬੀਤ ਜਾਣਗੇ ਤੇ ਆਪਣੇ ਆਪ ਤੁਸੀਂ ਵਾਪਸ ਆਪਣੀ ਪਹਿਲੀ ਰੂਟੀਨ ਤੇ ਆ ਜਾਓਗੇ ਤੇ ਦੁਬਾਰਾ ਆਪਣੇ ਫਰੈਂਡ ਸਰਕਲ ਦੀ ਕੰਪਨੀ ਇੰਜੋਏ ਕਰਨ ਲੱਗ ਜਾਓਗੇ। ਤੇ ਇਹ ਚੀਜ਼ ਤੋਂ ਘਬਰਾਣਾ ਨਹੀਂ ਹੈ। ਸਾਨੂੰ ਇਹੋ ਜਿਹੀਆਂ ਚੀਜ਼ਾਂ ਸਿਖਾਈਆਂ ਪੜ੍ਹਾਈਆਂ ਨਹੀਂ ਜਾਂਦੀਆਂ ਤੇ ਅਸੀਂ ਹਰ ਚੀਜ਼ ਤੋਂ ਡਰ ਕੇ ਘਬਰਾ ਕੇ ਸਮਝਦੇ ਕਿ ਸਾਨੂੰ ਕੋਈ ਬਿਮਾਰੀ ਹੋ ਗਈ। ਨਹੀਂ, ਜਿੱਧਰ ਅਸੀਂ ਧਿਆਨ ਕਰਾਂਗੇ, ਬਿਮਾਰੀ ਵੱਲ ਧਿਆਨ ਕਰਾਂਗੇ, ਬਿਮਾਰੀ ਆਏਗੀ। ਸਵਸਥ ਵੱਲ, ਤੰਦਰੁਸਤੀ ਵੱਲ ਧਿਆਨ ਕਰਾਂਗੇ, ਤੰਦਰੁਸਤੀ ਵਧੇਗੀ। ਤੇ ਇਹ ਜਿਹੜਾ ਸਮੇਂ ਵੇ ਅਮਾਵਸਿਆ ਔਰ ਪੂਰਨਿਮਾ ਦਾ, ਆਪਣੀ ਊਰਜਾ ਨੂੰ ਵਧਾਉਣ ਦਾ ਸਮੇਂ ਵੇ। ਤੇ ਇਸ ਸਮੇਂ ਜ਼ਿਆਦਾ ਤੋਂ ਜ਼ਿਆਦਾ ਮੌਨ ਦਾ ਅਭਿਆਸ ਕਰੋ, ਹਲਕਾ ਖਾਣਾ ਖਾਓ ਔਰ ਜ਼ਿਆਦਾ ਤੋਂ ਜ਼ਿਆਦਾ ਧਿਆਨ ਕਰੋ। ਔਰ ਇੱਕ ਚੀਜ਼ ਮੈਂ ਇੱਥੇ ਇਹ ਵੀ ਦੱਸਾਂ ਕਿ ਇਹ ਨਹੀਂ ਕਿ ਹਰ ਵਾਰੀ ਤੁਸੀਂ ਧਿਆਨ ਕਰੋਗੇ ਬੜੀ ਊਰਜਾ ਆ ਜਾਏਗੀ ਤੇ ਤੁਸੀਂ ਪਤਾ ਨਹੀਂ ਤੁਹਾਨੂੰ ਕੀ ਅਨੁਭਵ ਹੋਣਗੇ। ਨਹੀਂ, ਕਈ ਵਾਰੀ ਬਹੁਤ ਸਰੀਰ ਵਿੱਚ ਬਦਲਾਵ ਹੁੰਦੇ ਨੇ, ਸਿਰ ਦਰਦ ਹੁੰਦਾ ਹੈ, ਕਦੀ ਪੇਟ ਦਰਦ ਹੁੰਦਾ ਹੈ, ਕਦੀ ਡਾਈਜੈਸਟਿਵ ਜਿਸ ਤਰ੍ਹਾਂ ਕੋਈ ਚੀਜ਼ ਹਜਮ ਨਹੀਂ ਹੁੰਦੀ, ਬਹੁਤ ਸਾਰੀ ਇਸ ਤਰ੍ਹਾਂ ਦੀਆਂ ਵੀ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਸਾਡਾ ਅੰਦਰ ਨਾੜੀ ਮੰਡਲ ਸ਼ੁੱਧ ਹੋ ਰਿਹਾ ਹੁੰਦਾ ਹੈ। ਤੇ ਘਬਰਾਣਾ ਨਹੀਂ, ਡਰਨਾ ਨਹੀਂ, ਧਿਆਨ ਕਰਨਾ ਹੈ, ਹਲਕਾ ਖਾਣਾ ਖਾਣਾ ਹੈ ਔਰ ਮੌਨ ਦਾ ਅਭਿਆਸ ਕਰਨਾ ਹੈ। ਤੇ ਤੁਸੀਂ ਦੇਖੋਗੇ 2-3 ਦਿਨ ਵਿੱਚ ਤੁਹਾਡਾ ਇਹ ਜਿਹੜਾ ਅੰਦਰੋਂ ਸ਼ੁੱਧ ਹੋ ਜਾਏਗਾ ਤੇ ਤੁਸੀਂ ਬਿਲਕੁਲ ਬਿਨਾਂ ਦਵਾਈ ਤੋਂ ਠੀਕ ਹੋ ਜਾਓਗੇ। ਹੁਣ ਜਿਹੜਾ ਪੂਰਨਿਮਾ ਧਿਆਨ ਕਿਉਂ ਕਿਹਾ ਜਾਂਦਾ ਹੈ, ਕਿਉਂਕਿ ਪੂਰਨਿਮਾ ਦੇ ਟਾਈਮ ਤੇ ਧਿਆਨ ਕਰਨ ਨਾਲ ਸਾਡੀ ਊਰਜਾ 3 ਗੁਣਾ ਅਧਿਕ ਵੱਧ ਜਾਂਦੀ ਹੈ। ਔਰ ਇੱਥੇ ਇਹ ਵੀ ਸਵਾਲ ਆਉਂਦਾ ਹੈ ਕਿ ਫਿਰ ਪੂਰਨਿਮਾ ਦੇ ਟਾਈਮ ਅਸੀਂ ਬਾਹਰ ਬਹਿ ਕੇ ਧਿਆਨ ਕਰੀਏ। ਨਹੀਂ, ਬਾਹਰ ਬਹਿ ਕੇ ਨਹੀਂ, ਤੁਸੀਂ ਜਿੱਥੇ ਵੀ ਧਿਆਨ ਕਰੋ। ਜੇ ਚੰਦਰਮਾ ਦੀਆਂ ਕਿਰਨਾਂ ਸਮੁੰਦਰ ਦੀ ਤਲਹੱਟੀ ਤੱਕ ਜਾ ਸਕਦੀਆਂ ਨੇ ਤੇ ਕਿਧਰੇ ਵੀ ਊਰਜਾ ਤੇ ਕਿਧਰੇ ਵੀ ਜਾ ਸਕਦੀ ਹੈ। ਤੇ ਜ਼ਰੂਰੀ ਨਹੀਂ ਕਿ ਤੁਸੀਂ ਬਾਹਰ ਬਹਿ ਕੇ ਧਿਆਨ ਕਰਨਾ ਹੈ, ਬਾਹਰ ਬਹਿ ਕੇ ਕਰੋ ਚੰਗਾ ਹੈ, ਨਹੀਂ ਤੇ ਕਮਰੇ 'ਚ ਬਹਿ ਕੇ ਕਰੋ, ਆਪਣੇ ਘਰ ਬਹਿ ਕੇ ਕਰੋ, ਕੋਈ ਦਿੱਕਤ ਨਹੀਂ ਹੈ। ਤੁਸੀਂ ਉਹ ਊਰਜਾ ਤੁਹਾਡੇ ਤੱਕ ਪਹੁੰਚੇਗੀ। ਇਹ ਐਸਾ ਸਮੇਂ ਵੇ ਜਿਸ ਵੇਲੇ ਬ੍ਰਹਿਮੰਡ ਦੀਆਂ ਸ਼ਕਤੀਆਂ ਨਾਲ ਅਸੀਂ ਬਹੁਤ ਜਲਦੀ ਸੰਪਰਕ ਬਣਾ ਸਕਨੇ ਆ ਤੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਊਰਜਾ ਲੈ ਸਕਨੇ ਆ। ਕਿਉਂਕਿ ਚੰਦਰਮਾ ਤੇ ਵਿੱਚੋਂ ਊਰਜਾ ਲੈ ਨਹੀਂ ਰਿਹਾ, ਵਿੱਚੋਂ ਹਟ ਗਿਆ ਤੇ ਸਿੱਧੀ ਜਿਹੜੀ ਊਰਜਾ ਧਰਤੀ ਤੇ ਆ ਰਹੀ ਹੈ। ਜਿਸ ਤਰ੍ਹਾਂ ਮਨ ਬਹੁਤ ਜ਼ਿਆਦਾ ਬੇਚੈਨ, ਅਸਵਸਥ ਹੋਵੇ ਤੇ ਪਾਣੀ ਵਿੱਚ ਅਸੀਂ ਆਪਣੇ ਚਿਹਰਾ ਨਹੀਂ ਦੇਖ ਸਕਦੇ। ਜਿਸ ਤਰ੍ਹਾਂ ਪਾਣੀ ਬਹੁਤ ਜ਼ਿਆਦਾ ਹਿਲਦਾ ਹੋਵੇ ਤੇ ਉਹਦੇ ਚੰਦਰਮਾ ਦੀ ਪਰਛਾਈ ਤੁਸੀਂ ਨਹੀਂ ਦੇਖ ਸਕਦੇ, ਲੇਕਿਨ ਪਾਣੀ ਠਹਿਰਿਆ ਹੋਵੇ ਤੇ ਤੁਸੀਂ ਉਹਦੇ ਵਿੱਚ ਚੰਦਰਮਾ ਦੀ ਪਰਛਾਈ ਦੇਖ ਸਕਦੇ ਹੋ। ਤੇ ਐਸੇ ਤਰ੍ਹਾਂ ਮਨ ਸ਼ਾਂਤ ਹੈ ਤੇ ਅਸੀਂ ਆਤਮ ਚਿੰਤਨ ਕਰਕੇ ਆਪਣੇ ਆਤਮ ਸਰੂਪ ਦੇ ਦਰਸ਼ਨ ਕਰ ਸਕਨੇ ਆ। ਤੇ ਜਿਹੜੇ ਵੀ ਰਿਸ਼ੀ ਮੁਨੀ ਹੁੰਦੇ ਸੀ ਉਹ ਇਸ ਸਮੇਂ ਦਾ ਬਹੁਤ ਲਾਭ ਉਠਾਉਂਦੇ ਸੀ। ਹੁਣ ਜਿਸ ਤਰ੍ਹਾਂ ਮੇਰੇ ਦਾਦੀ ਜੀ ਬ੍ਰਹਮ ਗਿਆਨੀ ਸੀ ਤੇ ਉਹ ਦੱਸਦੇ ਸੀ ਕਿ ਇਸ ਟਾਈਮ ਸਾਧਨਾ ਕਰਨ ਨਾਲ ਪੂਰੇ ਸਾਲ ਦੀ ਊਰਜਾ ਮਿਲ ਜਾਂਦੀ ਹੈ। ਤੇ ਜਿਹੜੇ ਰਿਸ਼ੀ ਮੁਨੀ ਸੰਤ ਹੁੰਦੇ ਨੇ ਉਹ ਕਦੀ ਵੀ ਇਸ ਸਮੇਂ ਨੂੰ ਵਿਅਰਥ ਨਹੀਂ ਜਾਣ ਦਿੰਦੇ, ਉਹ ਸਾਰੇ ਕੰਮ ਛੱਡ ਕੇ ਆਪਣੀ ਸਾਧਨਾ ਵਿੱਚ ਲੱਗ ਜਾਂਦੇ ਹੋ। ਤੁਸੀਂ ਦੇਖਦੇ ਹੋ ਦੀਵਾਲੀ ਅਮਾਵਸਿਆ ਦੇ ਟਾਈਮ ਹੁੰਦੀ ਹੈ ਤਾਂ ਕਹਿੰਦੇ ਸੀ ਕਿ ਜਿਹੜਾ ਅਮਾਵਸਿਆ ਦੀ ਰਾਤ ਉਸ ਦਿਨ ਧਿਆਨ ਕਰ ਲੇ, ਸਾਧਨਾ ਕਰ ਲੇ, ਸਮਝੋ ਉਹਨੇ ਪੂਰੇ ਸਾਲ ਦੀ ਊਰਜਾ ਇਕੱਠੀ ਕਰ ਲਈ। ਲੇਕਿਨ ਸ਼ੋਰ ਸ਼ਰਾਬਾ ਇੰਨਾ ਹੁੰਦਾ ਕਿ ਅਸੀਂ ਹੋਰ ਅਡੰਬਰਾਂ 'ਚ ਲੱਗੇ ਰਹਿੰਦੇ ਹਾਂ ਕਿ ਲక్ష్ਮੀ ਮਾਤਾ ਨੂੰ ਖੁਸ਼ ਕਰ ਲਈਏ, ਪੂਜਾ ਕਰ ਲਈਏ, ਗਿਫਟ ਵੰਡ ਲਈਏ ਤੇ ਸਾਰਾ ਸਮੇਂ ਥੱਕ ਕੇ ਅਸੀਂ ਰਾਤੀ ਬੈਠ ਜਾਂਦੇ ਹਾਂ ਤੇ ਕੁਝ ਵੀ ਨਹੀਂ ਹੁੰਦਾ ਸਾਡੇ ਕੋਲੋਂ। ਲੇਕਿਨ ਸ਼ੁਰੂ ਤੋਂ ਹੀ ਸੰਤ ਮਹਾਤਮਾ ਇਸ ਸਮੇਂ ਦਾ ਬਹੁਤ ਇਸਤੇਮਾਲ ਕਰਦੇ ਨੇ। ਅਗਰ ਤੁਸੀਂ ਥੋੜਾ ਪਿੱਛੇ ਜਾ ਕੇ ਦੇਖੋਗੇ, ਕਿਸੇ ਵੀ ਸੰਤ ਦੀ ਜੀਵਨੀ ਪੜੋਗੇ ਤੇ ਪੂਰਨਿਮਾ ਦੇ ਸਮੇਂ ਉਹ ਬੜੇ ਮੇਲੇ ਲੱਗਦੇ ਹੁੰਦੇ ਸੀ ਉਹਨਾਂ ਦੇ, ਉੱਥੇ ਸਤਸੰਗ, ਸਾਧਨਾ, ਸਿਮਰਨ, ਕਥਾ ਕੀਰਤਨ ਚੱਲਦਾ ਹੁੰਦਾ ਸੀ। ਉਹ ਸਿੱਧਾ ਨਹੀਂ ਸੀ ਕਹਿੰਦੇ ਕਿ ਤੁਸੀਂ ਪੂਰਨਿਮਾ ਤੇ ਧਿਆਨ ਕਰੋਗੇ ਤੇ ਤੁਹਾਨੂੰ ਲਾਭ ਹੋਏਗਾ, ਲੇਕਿਨ ਉਹ ਐਸੇ ਆਯੋਜਨ ਕਰਦੇ ਸੀ, ਐਸੇ ਪ੍ਰੋਗਰਾਮ ਰੱਖਦੇ ਸੀ ਕਿ ਉਸ ਸਮੇਂ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਸ ਚੀਜ਼ ਦਾ ਫਾਇਦਾ ਹੋਏ। ਤੇ ਅਸੀਂ ਹੁਣ ਉਹਨਾਂ ਚੀਜ਼ਾਂ ਨੂੰ ਭੁੱਲ ਗਏ
ਤੇ ਅੱਜ ਫਿਰ ਵਿਗਿਆਨ ਸਾਨੂੰ ਖੋਜ ਕਰਕੇ ਦੱਸ ਰਿਹਾ ਕਿ ਇਹਨਾਂ ਚੀਜ਼ਾਂ ਦੀ ਕੀ ਕੀਮਤ ਹੈ। ਔਰ ਉਸ ਸਮੇਂ ਉੱਚ ਲੋਕਾਂ ਦੇ ਜਿਹੜੇ ਮਾਸਟਰ ਨੇ ਉਹਨਾਂ ਦਾ ਧਰਤੀ ਨਾਲ ਇਹ ਸਮਝੌਤਾ ਹੋਇਆ ਹੈ ਕਿ ਖਾਸ ਦਿਨਾਂ ਤੇ ਉਹ ਖਾਸ ਊਰਜਾ ਧਰਤੀ ਤੇ ਭੇਜਣਗੇ ਤਾਂ ਕਿ ਧਰਤੀ ਵਾਸੀ ਪਰਮਾਤਮਾ ਨਾਲ ਜੁੜ ਸਕਣ। ਤੇ ਇਹ ਜਿਹੜੇ ਪੂਰਨਿਮਾ ਦਾ ਟਾਈਮ ਹੈ ਜਾਂ ਜਿਸ ਵੇਲੇ ਗੁਰੂਆਂ ਦੇ ਗੁਰਪੁਰਬ ਆਉਂਦੇ ਨੇ, ਜਨਮ ਅਸ਼ਟਮੀ ਹੋ ਗਈ, ਰਾਮ ਨੌਮੀ ਹੋ ਗਈ, ਨਵਰਾਤਰੀ ਹੋ ਗਈ, ਇਹਨਾਂ ਦਿਨਾਂ ਵਿੱਚ ਜਿਹੜਾ ਬੰਦਾ ਧਿਆਨ ਕਰਦਾ ਉਹ ਆਪਣੀ એનર્ਜੀ ਨੂੰ ਬਹੁਤ ਕਈ ਗੁਣਾ ਵਧਾ ਲੈਂਦਾ, ਕਿਉਂਕਿ ਉਸ ਸਮੇਂ ਵਿਸ਼ੇਸ਼ ਤੁਸੀਂ ਕਹਿ ਲਓ ਕਿ ਸ਼ਕਤੀਆਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਹੁੰਦੀਆਂ ਨੇ ਤੇ ਉਹ ਦੇਖ ਰਹੀਆਂ ਹੁੰਦੀਆਂ ਨੇ ਕਿ ਕੌਣ ਐਸਾ ਜਿਹੜਾ ਸਾਡੇ ਨਾਲ ਜੁੜਨਾ ਚਾਹੁੰਦਾ ਹੈ, ਜਿਹੜਾ ਸ਼ੁੱਧ ਭਾਵਨਾ ਨਾਲ ਕੰਮ ਕਰ ਰਿਹਾ, ਜਿਹਦੇ ਰਾਹੀਂ ਅਸੀਂ ਕੰਮ ਕਰ ਸਕਦੇ ਹਾਂ, ਤੇ ਉਹ ਆਪ ਹੀ ਆ ਜਾਂਦੇ ਨੇ। ਲੇਕਿਨ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਹੈ, ਅਸੀਂ ਅਡੰਬਰਾਂ ਵਿੱਚ ਹੀ ਰਹਿ ਜਾਂਦੇ ਹਾਂ। ਤੇ ਅਗਰ ਤੁਹਾਨੂੰ ਸਮੇਂ ਮਿਲਦਾ ਹੈ ਤੇ ਤੁਸੀਂ ਥੋੜੀ ਦੇਰ ਜਾ ਕੇ ਖੁੱਲੇ ਵਿੱਚ ਜਾਂ ਛੱਤ ਤੇ ਜਾ ਕੇ ਜਾਂ ਬਾਹਰ ਖੜੇ ਹੋ ਕੇ ਤੁਸੀਂ ਚੰਦਰਮਾ ਨੂੰ ਦੇਖੋ। ਤੁਸੀਂ ਦੇਖੋਗੇ ਇੱਕ ਤਾਂ ਤੁਹਾਡੀਆਂ ਅੱਖਾਂ ਨੂੰ ਬਹੁਤ ਠੰਡਕ ਮਿਲਦੀ ਹੈ, ਔਰ ਦੂਸਰਾ ਜਿਹੜਾ ਚੰਦਰਮਾ ਦਾ ਔਰਾ ਤੁਸੀਂ ਦੇਖ ਸਕਦੇ ਹੋ, ਜਿਸ ਤਰ੍ਹਾਂ ਤੁਸੀਂ ਪਿਕਚਰ 'ਚ ਦੇਖ ਰਹੇ ਹੋ। ਔਰ ਐਸੇ ਤਰ੍ਹਾਂ ਚੰਦਰਮਾ ਦਾ ਰੰਗ ਔਰ ਔਰਾ ਵੀ ਬਦਲਦਾ ਰਹਿੰਦਾ ਹਰ ਪੂਰਨਿਮਾ ਨਾਲ। ਔਰ ਉਸ ਸਮੇਂ ਪੂਰਨਿਮਾ ਦੇ ਟਾਈਮ ਤੇ ਧਰਤੀ ਔਰ ਆਕਾਸ਼ ਵਿੱਚ ਇੱਕ ਖਿੜਕੀ ਖੁੱਲਦੀ ਹੈ, ਜਿਹਨੂੰ ਸਪਿਰਚੁਅਲ ਵਿੰਡੋ ਕਿਹਾ ਜਾਂਦਾ, ਜਿੱਥੋਂ ਊਰਜਾ ਵਹਿਣੀ ਸ਼ੁਰੂ ਹੋ ਜਾਂਦੀ ਹੈ। ਤੇ ਅਗਰ ਅਸੀਂ ਉਸ ਵੇਲੇ ਧਿਆਨ ਕਰ ਰਹੇ ਹਾਂ ਤੇ ਅਸੀਂ ਬਹੁਤ ਜਲਦੀ ਉਸ ਊਰਜਾ ਦਾ ਲਾਭ ਲੈ ਸਕਦੇ ਹਾਂ, ਔਰ ਸਾਡੀਆਂ ਦੱਬੀਆਂ ਹੋਈਆਂ ਬਿਮਾਰੀਆਂ ਜਿਹੜੀਆਂ ਬੜੇ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਉਹ ਪੂਰਨਿਮਾ ਧਿਆਨ ਕਰਨ ਨਾਲ ਠੀਕ ਹੋ ਜਾਂਦੀਆਂ ਨੇ। ਔਰ ਮੈਂ ਐਵੇਂ ਕਿਤਾਬਾਂ ਤੇ ਪੜ੍ਹੀਆਂ, ਵਿਗਿਆਨ ਪੜ੍ਹਿਆ, ਲੇਕਿਨ ਜਿਸ ਵੇਲੇ ਮੈਂ ਪੂਰਨਿਮਾ ਧਿਆਨ ਕੀਤਾ ਮੈਨੂੰ ਇਹਨਾਂ ਚੀਜ਼ਾਂ ਦਾ ਬਿਲਕੁਲ ਪਤਾ ਨਹੀਂ ਸੀ। ਤੇ ਉਸ ਸਮੇਂ ਮੈਂ 6 ਪੂਰਨਿਮਾ ਪੂਰੀ ਰਾਤ ਬੈਠ ਕੇ ਕੀਤੀਆਂ ਤੇ ਮੇਰੀਆਂ ਸਾਰੀਆਂ ਦਵਾਈਆਂ ਬੰਦ ਹੋ ਗਈਆਂ, ਮੇਰਾ ਚੱਲਣਾ ਫਿਰਨਾ ਠੀਕ ਹੋ ਗਿਆ, ਮੈਨੂੰ ਆਪਣੇ ਅੰਦਰ ਬਹੁਤ ਜ਼ਿਆਦਾ ਊਰਜਾ ਮਹਿਸੂਸ ਹੋਣ ਲੱਗ ਗਈ ਔਰ ਆਤਮਾ ਜਾਗਣੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਸਪਿਰਚੁਅਲ ਵਿੰਡੋ ਅਸੀਂ ਕਹਿੰਦੇ ਨਾ ਖੁੱਲ ਜਾਂਦੀ ਹੈ, ਉਹ ਕੋਈ ਐ ਨਹੀਂ ਕਿ ਖਿੜਕੀ ਖੁੱਲ ਗਈ ਤੇ ਅਸੀਂ ਉੱਥੇ ਜਾ ਕੇ ਕੁਝ ਲੈ ਕੇ ਖੜੇ ਹੋ ਜਾਵਾਂਗੇ ਤੇ ਸਾਨੂੰ ਕੁਝ ਮਿਲ ਜਾਏਗਾ, ਨਹੀਂ। ਉਹ ਡਾਇਰੈਕਟ ਹੀ ਤੁਹਾਡੇ ਆਤਮਾ ਤੱਕ ਪਹੁੰਚਦੀ ਹੈ ਊਰਜਾ ਤੇ ਤੁਹਾਡੀ ਆਤਮਾ ਜਾਗਣ ਲੱਗ ਜਾਂਦੀ ਹੈ, ਅੰਦਰੋਂ ਹੀ ਤੁਹਾਡੇ ਗਿਆਨ ਜਿਹੜਾ ਹੈ ਉਹ ਪੈਦਾ ਹੋਣ ਲੱਗ ਜਾਂਦਾ, ਆਉਣ ਲੱਗ ਜਾਂਦਾ। ਤੁਸੀਂ ਆਪ ਹੈਰਾਨ ਹੋ ਜਾਂਦੇ ਹੋ ਕਿ ਇਹ ਮੈਨੂੰ ਇਹੋ ਜਿਹੀਆਂ ਚੀਜ਼ਾਂ ਕਿਸ ਤਰ੍ਹਾਂ ਆ ਰਹੀਆਂ ਨੇ, ਕਿੱਥੋਂ ਆ ਰਹੀਆਂ ਨੇ। ਤੇ ਇਸ ਲਈ ਪੂਰਨਿਮਾ ਧਿਆਨ ਕਰਨਾ ਬਹੁਤ ਜ਼ਰੂਰੀ ਹੈ। ਤੇ ਪੂਰਨਿਮਾ ਧਿਆਨ ਕਰਕੇ ਜਿੱਥੇ ਸਾਡੀਆਂ ਪੁਰਾਣੀਆਂ ਦੱਬੀਆਂ ਹੋਈਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਸਾਡਾ ਮਨ ਸ਼ਾਂਤ ਹੋ ਜਾਂਦਾ ਹੈ, ਸਾਡਾ ਪਰਮਾਤਮਾ ਦੀ ਔਰ ਜਾਣ ਦਾ ਜਿਹੜਾ ਰਸਤਾ ਹੈ ਸਾਫ਼ ਹੋ ਜਾਂਦਾ ਹੈ, ਸਾਡਾ ਨਾੜੀ ਮੰਡਲ ਸ਼ੁੱਧ ਹੋ ਜਾਂਦਾ ਹੈ ਤੇ ਸਾਨੂੰ ਇੰਨੀ ਜ਼ਿਆਦਾ ਊਰਜਾ ਮਿਲਦੀ ਹੈ। ਔਰ ਮੈਂ ਇਸ ਚੀਜ਼ ਨੂੰ ਅਨੁਭਵ ਕੀਤਾ ਜੋ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਕਿ ਜਿਸ ਟਾਈਮ ਮੈਂ ਪਹਿਲੀ ਵਾਰੀ ਸੁਣਿਆ ਕਿ ਪੂਰਨਿਮਾ ਧਿਆਨ ਦਾ ਬਹੁਤ ਫਾਇਦਾ ਹੁੰਦਾ ਹੈ ਤੇ ਮੈਂ ਪਹਿਲੀ ਵਾਰ ਜਿਸ ਵੇਲੇ ਧਿਆਨ ਕੀਤਾ ਤੇ ਮੈਨੂੰ ਇਹ ਸੀ ਕਿ ਮੈਂ ਅਨੁਭਵ ਕਰਕੇ ਦੇਖਣਾ ਹੈ ਕਿ ਅਸੀਂ ਜਾਗਰਣ ਤੇ ਜਾਂਦੇ ਹਾਂ, ਰਾਤੀ ਕਿਸੇ ਪ੍ਰੋਗਰਾਮ ਤੇ ਜਾਂਦੇ ਹਾਂ ਤੇ ਅਗਲੇ ਦਿਨ ਸਾਰਾ ਦਿਨ ਅਸੀਂ ਸੁੱਤੇ ਰਹਿੰਦੇ ਹਾਂ ਤੇ ਪੂਰੀ ਰਾਤ ਧਿਆਨ ਕਰਕੇ ਫਿਰ ਆਫਿਸ ਵਿੱਚ ਕੰਮ ਕਿਸ ਤਰ੍ਹਾਂ ਕਰ ਸਕਦੇ ਹਾਂ, ਕਿਉਂਕਿ ਉਸ ਟਾਈਮ ਤੇ ਮੈਂ ਜੌਬ ਕਰਦੀ ਸੀ ਤੇ ਜਿਹੜੇ ਕਰਦੇ ਸੀ ਉਹ ਕਹਿੰਦੇ ਸੀ ਬਿਲਕੁਲ ਕਰ ਸਕਦੇ ਹੋ, ਕੋਈ ਨੀਂਦ ਨਹੀਂ ਆਉਂਦੀ। ਤੇ ਮੈਨੂੰ ਇੱਕ ਸ਼ੌਕ ਸੀ ਕਿ ਮੈਂ ਇਹ ਕਰਕੇ ਦੇਖਣਾ। ਔਰ ਜਿਸ ਵੇਲੇ ਮੈਂ ਕੀਤਾ ਪਹਿਲਾ ਧਿਆਨ ਤੇ ਮੈਂ ਬੜੀ ਹੈਰਾਨ ਹੋ ਗਈ, ਸਾਰਾ ਦਿਨ ਮੈਂ ਆਫਿਸ ਵਿੱਚ ਕੰਮ ਹੀ ਕਰਦੀ ਰਹੀ। ਫਿਰ ਦੂਸਰਾ ਪੂਰਨਿਮਾ ਧਿਆਨ ਕੀਤਾ ਤੇ ਮੈਨੂੰ ਜਿਹੜੇ ਮਾਸਟਰ ਸੀ ਉਹਨਾਂ ਨੇ ਕਿਹਾ ਕਿ ਇੱਕ ਦਿਨ ਕਮਾਓ ਤੇ ਪੂਰਾ ਮਹੀਨਾ ਖਾਓ। ਮੈਂ ਕਿਹਾ ਕਿਸ ਤਰ੍ਹਾਂ? ਕਹਿੰਦੇ ਇੰਨੀ ਊਰਜਾ ਮਿਲ ਜਾਂਦੀ ਹੈ ਕਿ ਸਾਰਾ ਮਹੀਨਾ ਤੁਸੀਂ ਉਸ ਊਰਜਾ ਦਾ ਇਸਤੇਮਾਲ ਕਰ ਸਕਦੇ ਹੋ। ਮੈਂ ਕਿਹਾ ਚਲੋ ਦੇਖਨੇ ਅੱਜ। ਤੇ ਬਹੁਤ ਊਰਜਾ ਮੈਂ ਮਹਿਸੂਸ ਕੀਤੀ ਸਾਰੀ ਰਾਤ ਆਪਣੇ ਅੰਦਰ, ਔਰ ਸਹੀ ਹੋਈ ਗੱਲ ਹੋਈ ਕਿ ਪੂਰਾ ਮਹੀਨਾ ਨਾ ਤੇ ਮੈਨੂੰ ਬਹੁਤ ਜ਼ਿਆਦਾ ਨੀਂਦ ਆਈ, ਨਾ ਮੈਨੂੰ ਕਦੀ ਇੰਨੀ ਜ਼ਿਆਦਾ ਭੁੱਖ ਲੱਗੀ ਕਿ ਵੀ ਮੈਂ ਬਹੁਤ ਬੇਚੈਨ ਆ, ਨਾ ਮੈਂ ਜ਼ਬਰਦਸਤੀ ਥੋੜਾ ਬਹੁਤ ਖਾਂਦੀ ਸੀ ਔਰ ਥੋੜੀ ਦੇਰ ਆਰਾਮ ਕਰਦੀ ਸੀ ਔਰ ਧਿਆਨ ਕਰਦੀ ਸੀ। ਦੇਖੋ ਕਿੰਨਾ ਫਾਇਦਾ ਹੈ, ਇੱਕ ਪੈਸਾ ਵੀ ਨਹੀਂ ਖਰਚ ਹੁੰਦਾ ਪਿਆ, ਲੱਖਾਂ ਰੁਪਈਆ ਲਗਾ ਕੇ ਵੀ ਅਸੀਂ ਠੀਕ ਨਹੀਂ ਹੋ ਸਕਦੇ। ਤੇ ਜੇ ਅਸੀਂ ਇਹੋ ਜਿਹੀ ਚੀਜ਼ਾਂ ਦਾ ਪੂਰਨਿਮਾ ਧਿਆਨ ਹੈ ਅਸੀਂ ਇਹਦਾ ਇਸਤੇਮਾਲ ਕਰੀਏ ਤੇ ਬਿਨਾਂ ਕਿਸੇ ਖਰਚੇ ਤੋਂ ਅਸੀਂ ਠੀਕ ਹੋ ਗਏ। ਇੱਕ ਤੇ ਭੁੱਖ ਘਟ ਗਈ, ਵਜਨ ਆਪਣੇ ਆਪ ਠੀਕ ਹੋ ਗਿਆ, ਨੀਂਦ ਘਟ ਗਈ, ਉਹ ਟਾਈਮ ਤੁਸੀਂ ਹੋਰ ਸਾਧਨਾ ਕਰ ਸਕਦੇ ਹੋ। ਹੋਰ ਕੀ ਚਾਹੀਦਾ? ਨਾਲੇ ਪੁੰਨ ਤੇ ਨਾਲੇ ਫਲੀਆਂ। ਤੇ ਪੂਰਨਿਮਾ ਧਿਆਨ ਕਰੋ, ਸੰਗੀਤ ਧਿਆਨ ਕਰੋ, ਪ੍ਰਕਿਰਤੀ 'ਚ ਜਾ ਕੇ ਧਿਆਨ ਕਰੋ, ਪਿਰਾਮਿਡ ਧਿਆਨ ਕਰੋ ਤੇ ਗਰੁੱਪ ਮੈਡੀਟੇਸ਼ਨ ਕਰੋ। ਤੇ ਪੂਰਨਿਮਾ ਦੇ ਟਾਈਮ ਤੇ ਪੀਐਮਸੀ ਹਿੰਦੀ ਤੇ ਔਰ ਬਹੁਤ ਸਾਰੇ ਪਿਰਾਮਿਡ ਵੈਲੀ ਤੋਂ 3-3 ਘੰਟੇ ਦਾ ਸਮੂਹਿਕ ਧਿਆਨ ਆਂਦਾ ਹੈ, ਸੰਗੀਤ ਧਿਆਨ ਆਂਦਾ ਹੈ। ਸੰਗੀਤ ਧਿਆਨ ਹੋ ਗਿਆ, ਸਮੂਹਿਕ ਧਿਆਨ ਹੋ ਗਿਆ, ਪਿਰਾਮਿਡ ਧਿਆਨ ਹੋ ਗਿਆ ਔਰ ਨਾਲ ਹੀ ਨਾਲ ਪੂਰਨਿਮਾ ਧਿਆਨ ਹੋ ਗਿਆ। ਹੋਰ ਕੀ ਚਾਹੀਦਾ? ਕਿੰਨਾ ਲਾਭ! ਤੇ ਪੂਰਨਿਮਾ ਧਿਆਨ ਦਾ ਅਗਰ 3 ਗੁਣਾ ਲਾਭ ਹੈ, 3 ਗੁਣਾ ਗਰੁੱਪ ਮੈਡੀਟੇਸ਼ਨ ਦਾ ਲਾਭ ਹੈ, 3 ਗੁਣਾ ਸੰਗੀਤ ਦਾ ਲਾਭ ਹੈ ਤੇ 3 ਗੁਣਾ ਕਰ ਲਓ ਤੇ ਕਿੰਨਾ ਇੱਕ ਹੀ ਰਾਤ ਵਿੱਚ ਕਿੰਨਾ ਲਾਭ ਹੋ ਗਿਆ। ਤੇ ਹੋਰ ਕੀ ਚਾਹੀਦਾ ਸਾਨੂੰ? ਸਾਡੇ ਤੇ ਲਾਟਰੀ ਲੱਗ ਗਈ। ਤੇ ਹਰ ਪੂਰਨਿਮਾ ਨੂੰ ਧਿਆਨ ਕਰੋ ਔਰ ਧਿਆਨ ਦੇ ਵਿਗਿਆਨ ਨੂੰ ਸਮਝੋ। ਐਸੇ ਲਈ ਸੰਤਾਂ ਨੇ ਸਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਸਮਝਾਈਆਂ ਕਿ ਸਾਨੂੰ ਜਿਸ ਵੇਲੇ ਸਮਝ ਆ ਜਾਂਦੀ ਨਾ ਕਿਸੇ ਚੀਜ਼ ਦੀ ਕਿ ਇਹ ਕਰਨ ਦਾ ਸਾਨੂੰ ਫਾਇਦਾ ਕੀ ਹੈ, ਸਾਡਾ ਮਨ ਬਹੁਤ ਲਾਲਚੀ ਹੈ, ਫਿਰ ਕਰ ਲੈਂਦਾ। ਤੇ ਧਿਆਨ ਕਰੋ, ਧਿਆਨ ਦੂਜਿਆਂ ਨੂੰ ਸਿਖਾਓ ਔਰ ਇਹ ਜਿਹੜੇ ਧਿਆਨ ਦੇ ਵਿਗਿਆਨ ਹੈ ਇਹਨੂੰ ਦੂਜਿਆਂ ਨਾਲ ਵੀ ਸਾਂਝਾ ਕਰੋ।
ਤੇ ਤੁਹਾਡੇ ਕੋਈ ਸਵਾਲ ਨੇ ਜਾਂ ਤੁਹਾਡੇ ਕੋਈ ਕਮੈਂਟ ਨੇ, ਉਹ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਤੇ ਅਸੀਂ ਉਹਨਾਂ ਦਾ ਜ਼ਰੂਰ ਜਵਾਬ ਦੇਵਾਂਗੇ। ਸੋ ਅੱਜ ਇੰਨਾ ਹੀ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਸਤਿ ਸ਼੍ਰੀ ਅਕਾਲ। ਥੈਂਕ ਯੂ, ਥੈਂਕ ਯੂ, ਥੈਂਕ ਯੂ।